ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ IQ ਐਜੂਕੇਸ਼ਨ ਚੈਨਲ 'ਤੇ। ਤਾਂ ਅੱਜ ਅਸੀਂ ਹਿਸਟਰੀ ਦੀ ਟੈਸਟ ਸੀਰੀਜ਼ 3 ਲੈ ਕੇ ਹਾਜ਼ਰ ਹਾਂ। ਤਾਂ ਪਹਿਲਾ ਕੁਐਸਚਨ ਹੈ, ਭੂ ਮੱਧ ਰੇਖਾ ਪ੍ਰਦੇਸ਼ਾਂ ਵਿੱਚ ਹੋਣ ਵਾਲੀ ਵਰਖਾ ਹੇਠ ਲਿਖਿਆਂ ਵਿੱਚੋਂ ਕਿਸ ਤਰ੍ਹਾਂ ਸੰਬੰਧਿਤ ਹੈ? ਤਾਂ ਉਹ ਸੰਵੈਨੀ ਵਰਖਾ ਹੁੰਦੀ ਹੈ। ਗੋਆ ਦੀ ਰਾਜਧਾਨੀ ਪਣਜੀ ਹੇਠ ਲਿਖਿਆਂ ਵਿੱਚੋਂ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਮਾਂਡਵੀ ਨਦੀ ਕਿਨਾਰੇ। ਤਵਾ ਨਦੀ ਕਿਸ ਦੀ ਸਹਾਇਕ ਨਦੀ ਹੈ? ਨਰਮਦਾ ਦੀ। ਗਿਆਨ ਰਤਨਾਵਲੀ ਦੀ ਰਚਨਾ ਕਿਸ ਨੇ ਕੀਤੀ? ਭਾਈ ਵੀਰ ਸਿੰਘ ਨੇ। ਗੁਰੂ ਨਾਨਕ ਦੇਵ ਜੀ ਨੇ ਸੱਚੀ ਆਰਤੀ ਦਾ ਉਪਦੇਸ਼ ਕਿਸ ਸਥਾਨ 'ਤੇ ਦਿੱਤਾ? ਜਗਨਨਾਥਪੁਰੀ। ਪੰਜਾ ਸਾਹਿਬ ਦਾ ਦੂਸਰਾ ਨਾਮ? ਹਸਨ ਅਬਦਾਲ। ਗੁਰਮੁਖੀ ਲਿਪੀ ਦਾ ਵਰਤਮਾਨ ਸੰਸ਼ੋਧਿਤ ਰੂਪ ਕਿਸ ਨੇ ਪੇਸ਼ ਕੀਤਾ? ਤਾਂ ਗੁਰੂ ਅੰਗਦ ਦੇਵ ਜੀ ਨੇ। ਗੁਰੂ ਕਾ ਚੱਕ ਪੁਰਾਣਾ ਨਾਮ ਹੈ ਅੰਮ੍ਰਿਤਸਰ ਦਾ। ਅਬਦਾਲੀ ਨੇ 6ਵਾਂ ਹਮਲਾ ਕਦੋਂ ਕੀਤਾ? 1762 ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਿੱਥੇ ਪ੍ਰਾਪਤ ਹੋਈ? ਦਿੱਲੀ। ਰਣਜੀਤ ਸਿੰਘ ਨੇ ਭਸੀਨ ਦਾ ਯੁੱਧ ਕਦੋਂ ਜਿੱਤਿਆ? 1800 ਵਿੱਚ। ਨਵਾਬ ਕਪੂਰ ਸਿੰਘ ਕਿਹੜੀ ਮਿਸਲ ਨਾਲ ਸੰਬੰਧ ਰੱਖਦਾ ਸੀ? ਤਾਂ ਇਹ ਨਵਾਬ ਕਪੂਰ ਸਿੰਘ ਦਾ ਸੰਬੰਧ ਸੀ ਫੈਜ਼ਲਪੁਰੀਆ ਮਿਸਲ ਨਾਲ। ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ? ਲਾਹੌਰ ਦੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਸ਼ਹਿਰ 'ਤੇ ਕਦੋਂ ਕਬਜ਼ਾ ਕੀਤਾ? 1799 ਵਿੱਚ। ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ? 1809 ਦੇ ਵਿੱਚ। ਸਭਰਾਉਂ ਦੀ ਲੜਾਈ ਵਿੱਚ ਕੌਣ ਅੰਤ ਤੱਕ ਲੜਿਆ ਸੀ? ਤਾਂ ਸ਼ਾਮ ਸਿੰਘ ਅਟਾਰੀ ਵਾਲਾ ਲੜਿਆ ਸੀ। ਸਭਰਾਉਂ ਦੀ ਲੜਾਈ ਜਿਹੜੀ ਹੈਗੀ ਆ ਉਹ 10 ਫਰਵਰੀ 1946 ਨੂੰ ਹੋਈ ਸੀ। ਮਣਕੇ ਬਣਾਉਣ ਦਾ ਕਾਰਖਾਨਾ ਪ੍ਰਾਪਤ ਹੋਇਆ ਚੰਨ ਹੁਦੜੋ ਤੋਂ। ਫਾਰਮ ਦੀ ਮੋਹਰ ਪ੍ਰਾਪਤ ਹੋਈ ਰੰਗਪੁਰ ਤੋਂ। ਰਿਗਵੈਦਿਕ ਆਰੀਆ ਦਾ ਮੁੱਖ ਧੰਦਾ ਸੀ ਪਸ਼ੂ ਪਾਲਣਾ। ਆਰੀਆ ਸ਼ਬਦ ਦਾ ਸ਼ਾਬਦਿਕ ਅਰਥ ਹੈ ਸ਼੍ਰੇਸ਼ਠ ਜਾਂ ਕੁਲੀਨ। ਕਿਸਾਨ ਵੀ ਕਈ ਜਗ੍ਹਾ 'ਤੇ ਕਿਸਾਨ ਵੀ ਮਿਲਦਾ ਲਿਖਿਆ। ਸਿੰਧੂ ਘਾਟੀ ਸੱਭਿਅਤਾ ਦੀ ਮੁੱਖ ਵਿਸ਼ੇਸ਼ਤਾ ਹੈ ਟਾਊਨ ਪਲੈਨਿੰਗ। ਜੈਨ ਮੱਠਾਂ ਨੂੰ ਕੀ ਕਿਹਾ ਜਾਂਦਾ ਸੀ? ਬਸਦ। ਅਸ਼ੋਕ ਰਾਜਾ ਬਣਿਆ 269 ਈਸਵੀ ਪੂਰਵ ਦੇ ਵਿੱਚ। ਅਸ਼ੋਕ ਨੇ ਕਿਸ ਦੇ ਪ੍ਰਭਾਵ ਹੇਠ ਬੁੱਧ ਧਰਮ ਨੂੰ ਅਪਣਾਇਆ? ਨਿਗਰੋਧ ਦੇ ਪ੍ਰਭਾਵ ਹੇਠ ਆ ਕੇ। ਸਮੁੰਦਰਗੁਪਤ ਦਾ ਸਮਕਾਲੀਨ ਪੱਲਵ ਵੰਸ਼ੀ ਸ਼ਾਸਕ ਸੀ ਵਿਸ਼ਨੂਗੋਪ। ਮਹਾਕਵੀ ਕਾਲੀਦਾਸ ਕਿਸ ਦਾ ਉਪਾਸਕ ਸੀ? ਸ਼ਿਵਜੀ ਦਾ। ਚੰਦਰ ਵਿਆਕਰਨ ਨਾਮਕ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ? ਚੰਦਰਗੋਬੀ ਨੇ। ਹੇਠ ਲਿਖਿਆਂ ਵਿੱਚੋਂ ਕਿਹੜੇ ਯੁੱਧ ਵਿੱਚ ਹਰਸ਼ ਦੀ ਹਾਰ ਹੋਈ? ਸ਼ਸ਼ਾਂਕ ਨਾਲ ਹੋਏ ਯੁੱਧ ਵਿੱਚ ਹਰਸ਼ ਦੀ ਹਾਰ ਹੋਈ ਸੀ। ਅਗਲਾ ਕੁਐਸਚਨ, ਬਾਣਭੱਟ ਸੀ ਕਵੀ। ਮਗਧ ਵਿੱਚ ਮੌਰੀਆ ਦੇ ਤਤਕਾਲੀਨ ਉੱਤਰਾਧਿਕਾਰੀ ਕੌਣ ਸੀ? ਸ਼ੁੰਗ ਸੀ। ਪੁਸ਼ਯਮਿੱਤਰ ਸ਼ੁੰਗ ਨੇ ਮੌਰੀਆ ਵੰਸ਼ ਦੇ ਆਖਰੀ ਜਿਹੜਾ ਹੈਗਾ ਰਾਜਾ ਸੀ ਬ੍ਰਹਿਦਰਥ, ਉਹਦੀ ਹੱਤਿਆ ਕਰਕੇ ਸ਼ੁੰਗ ਵੰਸ਼ ਦੀ ਨੀਂਹ ਰੱਖੀ ਸੀ। ਗੰਧਾਰ ਕਲਾ ਦੇ ਮੁੱਖ ਸਰਪ੍ਰਸਤ ਸਨ ਸ਼ਕ ਤੇ ਕੁਸ਼ਾਨ। ਜ਼ਿਆਦਾਤਰ ਵੈਸੇ ਕੁਸ਼ਾਨਾਂ ਦੇ ਵੇਲੇ ਜਿਹੜੀ ਹੈਗੀ ਹੈ ਫੈਲੀ ਸੀਗੀ ਗੰਧਾਰ ਕਲਾ, ਪ੍ਰਸਿੱਧ ਹੋਈ ਸੀ। ਸਿਜਦਾ ਤੇ ਪਾਵੋਸ਼ ਪ੍ਰਥਾ ਦਾ ਪ੍ਰਚਲਨ ਕੀਤਾ ਬਲਬਨ ਨੇ। ਕੁਤਬਦੀਨ ਐਬਕ ਇਹ ਖੇਡਦਾ ਮਾਰਿਆ ਗਿਆ। ਚੌਗਾਨ ਜਾਂ ਪੋਲੋ ਖੇਡਦਾ ਉਹ ਘੋੜੇ ਤੋਂ ਡਿੱਗ ਕੇ ਮਰ ਗਿਆ ਸੀ। ਅਲਾਉਦੀਨ ਖਿਲਜੀ ਦੁਆਰਾ ਸੈਨਿਕ ਵਿਵਸਥਾ ਵਿੱਚ ਸੁਧਾਰ। ਹੂਲੀਆ ਪ੍ਰਥਾ, ਦਾਗ ਪ੍ਰਥਾ, ਸੈਨਿਕ ਜਾਂਚ, ਇਹ ਸਾਰੇ ਸੁਧਾਰ ਕੀਤੇ ਸੀ। ਜਹਾਂਗੀਰ ਦੇ ਬਚਪਨ ਦਾ ਨਾਮ? ਸਲੀਮ। ਨੂਰਜਹਾਂ ਦੀ ਮੌਤ ਕਦੋਂ ਹੋਈ? 1645 ਵਿੱਚ। ਅਬੁਲ ਫਜ਼ਲ ਨੇ ਘੋੜੇ ਦੀਆਂ ਕਿੰਨੀਆਂ ਕਿਸਮਾਂ ਦਾ ਜ਼ਿਕਰ ਕੀਤਾ ਹੈ? 7 ਕਿਸਮਾਂ ਦਾ। ਫਰਾਂਸਿਸ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ 1664 ਵਿੱਚ। ਥਾਮਸ ਰੋ ਦੀ ਨਾਗਰਿਕਤਾ ਬ੍ਰਿਟਿਸ਼ ਸੀ। ਹਿੰਦੂ ਦੇਸ਼ ਭਗਤ ਦਾ ਸੰਸਥਾਪਕ ਹੇਠ ਲਿਖਿਆਂ ਵਿੱਚੋਂ ਕੌਣ ਸੀ? ਹਰੀਸ਼ ਚੰਦਰ ਮੁਖਰਜੀ। ਕਾਨਪੁਰ ਵਿੱਚ ਵਿਦਰੋਹੀਆਂ ਨੇ 1857 ਦੇ ਵਿਦਰੋਹ ਦੀ ਅਗਵਾਈ ਕਿਸ ਨੂੰ ਸੌਂਪੀ? ਨਾਨਾ ਸਾਹਿਬ ਨੂੰ। ਫੋਰਟ ਵਿਲੀਅਮ ਦਾ ਨਿਰਮਾਣ ਕਿਸ ਸ਼ਹਿਰ ਵਿੱਚ ਕੀਤਾ ਗਿਆ? ਕਲਕੱਤਾ ਵਿੱਚ। ਵਾਸਕੋ ਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ? 1498 ਵਿੱਚ। ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਕਦੋਂ ਅਸਲ ਵਿੱਚ ਸਿੱਖਿਆ ਦਾ ਯਤਨ ਕੀਤਾ? ਤਾਂ ਚਾਰਟਰ ਐਕਟ 1813 ਦੇ ਅਧੀਨ। ਸਿੱਖਿਆ ਦੇ ਪ੍ਰਸਾਰ ਦਾ ਦੂਸਰਾ ਚਰਨ ਕਦੋਂ ਆਰੰਭ ਹੋਇਆ? ਲਾਰਡ ਡਲਹੌਜ਼ੀ ਦੇ ਸਮੇਂ।
ਤਾਂ ਉਦੋਂ ਵੁੱਡ ਡਿਸਪੈਚ ਆਇਆ ਸੀਗਾ 1854 ਦਾ। ਹੰਟਰ ਆਯੋਗ ਗਠਿਤ ਕੀਤਾ ਗਿਆ 1882 ਵਿੱਚ। ਸਿੱਖਿਆ ਦੇ ਵਿਕਾਸ ਲਈ ਆਯੋਗ ਦੀ ਸਥਾਪਨਾ ਕੀਤੀ ਗਈ 1929 ਵਿੱਚ। ਕ੍ਰਾਂਤੀਕਾਰੀਆਂ ਦੀ ਗੁਪਤ ਸੰਸਥਾ ਅਭਿਨਵ ਭਾਰਤ ਦਾ ਗਠਨ ਕਿਸ ਸਾਲ ਕੀਤਾ ਗਿਆ? ਤਾਂ 1904 ਦੇ ਵਿੱਚ। ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ 1925 ਵਿੱਚ। ਗਾਂਧੀ ਜੀ ਕਿਸ ਸਾਲ ਸਿਹਤ ਦੇ ਆਧਾਰ 'ਤੇ ਜੇਲ੍ਹ ਤੋਂ ਰਿਹਾ ਕੀਤਾ ਗਿਆ? ਤਾਂ 1924 ਵਿੱਚ। ਇੰਡੀਆ ਵਿਨਸ ਫਰੀडम ਦਾ ਲੇਖਕ ਕੌਣ ਸੀ? ਅਬੁਲ ਕਲਾਮ ਆਜ਼ਾਦ। ਪਲਾਸੀ ਦੇ ਯੁੱਧ ਦੇ ਬਾਅਦ ਈਸਟ ਇੰਡੀਆ ਕੰਪਨੀ ਨੂੰ ਸੁਤੰਤਰ ਵਪਾਰ ਕਰਨ ਦੇ ਲਈ ਕਿਸ ਸਥਾਨ 'ਤੇ ਅਧਿਕਾਰ ਮਿਲਿਆ? ਇਹਨਾਂ ਦੇ ਵਿੱਚੋਂ ਕੋਈ ਨਹੀਂ। ਪਲਾਸੀ ਦੇ ਯੁੱਧ ਨੂੰ ਬੰਗਾਲ ਦੀ ਪਹਿਲੀ ਕ੍ਰਾਂਤੀ ਕਿਹਾ ਜਾਂਦਾ। ਹੇਠ ਲਿਖਿਆਂ ਵਿੱਚੋਂ ਕਿਸ ਘਟਨਾ ਨੂੰ ਬੰਗਾਲ ਦੀ ਤੀਜੀ ਕ੍ਰਾਂਤੀ ਕਿਹਾ ਜਾਂਦਾ? ਬਕਸਰ ਦੇ ਯੁੱਧ ਨੂੰ। ਕਾਸਿਮ ਬਾਜ਼ਾਰ ਵਿੱਚ ਅੰਗਰੇਜ਼ੀ ਫੈਕਟਰੀ 'ਤੇ ਕਿਸ ਨੇ ਕਬਜ਼ਾ ਕੀਤਾ ਸੀ? ਸਿਰਾਜੁਦੌਲਾ ਨੇ। ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਉਦਯੋਗ ਦੀ ਸਥਿਤੀ ਖਰਾਬ ਹੋ ਗਈ? ਤਾਂ ਇਹ ਸੀ ਸੂਤ ਕਤਾਈ ਤੇ ਬੁਣਾਈ ਉਦਯੋਗ। 1857 ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੂਤੀ ਕੱਪੜਾ ਉਦਯੋਗ ਹੈ ਜਿਹੜਾ ਲਾਇਆ ਸੀ। ਇਹ ਵੀ ਧਿਆਨ ਰੱਖਣ ਯੋਗ ਹੈ। 1830 ਤੋਂ ਪਹਿਲਾਂ ਭਾਰਤ ਵਿੱਚ ਕਿਹੜਾ ਉਦਯੋਗ ਵਿਕਸਿਤ ਹੋਇਆ? ਚਮੜਾ ਉਦਯੋਗ। ਮੰਗਲ ਪਾਂਡੇ ਨੇ ਬਗਾਵਤ ਕੀਤੀ ਸੀ ਬੈਰਕਪੁਰ ਤੋਂ। ਮੇਰਠ ਦੀ ਬਗਾਵਤ ਆਰੰਭ ਹੋਈ 10 ਮਈ 1857 ਨੂੰ। ਲਾਰਡ ਹੈਨਰੀ ਲਾਰੈਂਸ ਸਰਕਾਰੀ ਰਿਹਾਇਸ਼ ਵਿੱਚ ਕਿੱਥੇ ਮਾਰਿਆ ਗਿਆ? ਤਾਂ ਇਹ ਲਖਨਊ 'ਚ ਮਾਰਿਆ ਗਿਆ ਸੀ। ਹਫ਼ਤਾਵਾਰੀ ਮੂਕ ਨਾਇਕ ਦੀ ਸ਼ੁਰੂਆਤ ਕਿਸ ਨੇ ਕੀਤੀ? ਡਾਕਟਰ BR ਅੰਬੇਦਕਰ ਨੇ। ਕੁੱਕ ਅੰਦੋਲਨ ਹੇਠ ਲਿਖਿਆਂ ਵਿੱਚੋਂ ਕਿਸ ਸਥਾਨ 'ਤੇ ਹੋਇਆ? ਪੰਜਾਬ ਵਿੱਚ। ਬੰਗਾਲ ਵਿਭਾਜਨ ਦੀ ਮਿਤੀ 16 ਅਕਤੂਬਰ 1905 ਨੂੰ ਰਵਿੰਦਰਨਾਥ ਟੈਗੋਰ ਦੇ ਸੁਝਾਅ 'ਤੇ ਕਿਸ ਦਿਵਸ ਦੇ ਰੂਪ ਵਿੱਚ ਮਨਾਈ ਗਈ ਸੀ? ਰੱਖੜੀ ਬੰਧਨ ਦਿਵਸ ਦੇ ਰੂਪ ਮਨਾਈ ਗਈ ਸੀ। ਮਹਾਤਮਾ ਗਾਂਧੀ ਦੁਆਰਾ ਸਥਾਪਿਤ ਹਰੀਜਨ ਸੇਵਕ ਸੰਘ ਦੇ ਸੰਸਥਾਪਕ ਮੁਖੀ ਕੌਣ ਸੀ? ਘਨਸ਼ਿਆਮ ਦਾਸ ਬਿਰਲਾ। ਪੁਨਰ ਜਾਗਿਰਤੀ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਸੀ? ਤਾਂ ਇਹ ਇਟਲੀ ਦੇ ਸ਼ਹਿਰ ਫਲੋਰੈਂਸ ਦੇ ਵਿੱਚ ਹੋਈ ਸੀ। ਜਲਿਆਂਵਾਲਾ ਬਾਗ ਕਤਲੇਆਮ ਨਾਲ ਕੌਣ ਨਹੀਂ ਜੁੜਿਆ ਹੈ? ਤਾਂ ਸਰਦਾਰ ਅਜੀਤ ਸਿੰਘ। ਭਾਰਤ ਵਿੱਚ ਵਾਇਸਰਾਏ ਦੇ ਤੌਰ 'ਤੇ ਲਾਰਡ ਬੈਬਲ ਦਾ ਉੱਤਰਾਧਿਕਾਰੀ ਕੌਣ ਸੀ? ਲਾਰਡ ਲੂਇਸ ਮਾਊਂਟਬੈਟਨ। ਮੈਗਨਾ ਕਾਰਟਾ ਕੀ ਹੈ? ਇੱਕ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿੱਚ ਰਾਜ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਗਿਆ ਸੀ। ਪੁਨਰ ਜਾਗਿਰਤੀ ਦਾ ਯੂਰਪ ਵਿੱਚ ਉਦੈ ਹੋਇਆ 15ਵੀਂ ਸਦੀ ਦੇ ਵਿੱਚ। ਮੈਰੀ ਐਂਟੋਨੈਟ ਕੌਣ ਸੀ? ਇਹ ਇੱਕ ਰਾਣੀ ਸੀ। ਮਾਰਟਿਨ ਲੂਥਰ ਸੰਬੰਧਿਤ ਸੀ ਪ੍ਰੋਟੈਸਟੈਂਟ ਮਤ ਨਾਲ। ਫਰਾਂਸ ਅਤੇ ਰੂਸ ਨਾਲ ਯੁੱਧ ਕਰਨ ਦੀ ਜਰਮਨੀ ਦੀ ਯੋਜਨਾ ਨੂੰ ਕੀ ਕਿਹਾ ਗਿਆ? ਸ਼ਲੀਫਨ ਯੋਜਨਾ ਕਿਹਾ ਗਿਆ, ਜਿਹੜੀ 4 ਅਗਸਤ 1914 ਨੂੰ ਸ਼ੁਰੂ ਹੋਈ ਸੀ। ਯੁੱਧ ਵਿੱਚ ਇਟਲੀ ਦਾ ਹਮਲਾ ਮੁੱਖ ਰੂਪ ਵਿੱਚ ਕਿਸ ਦੇ ਖਿਲਾਫ ਸੀ? ਆਸਟਰੀਆ ਹੰਗਰੀ ਦੇ ਖਿਲਾਫ ਸੀ। ਭਾਰਤ ਵਿੱਚ ਵਾਇਸਰਾਏ ਦੇ ਤੌਰ 'ਤੇ ਲਾਰਡ ਬੈਬਲ ਦਾ ਉੱਤਰਾਧਿਕਾਰੀ ਲਾਰਡ ਲੂਇਸ ਮਾਊਂਟਬੈਟਨ। 1918 ਵਿੱਚ ਪੈਰਿਸ ਸ਼ਹਿਰ ਨੇ ਜਰਮਨੀ ਦੇ ਵੱਲੋਂ ਵਾਰ-ਵਾਰ ਹਮਲੇ ਸਹਿਣ ਕੀਤੇ। ਕਿਹੜੇ ਕੀਤੇ ਸੀ? ਲੰਬੀ ਦੂਰੀ ਦੀਆਂ ਤੋਪਾਂ ਵਾਲੇ ਕੀਤੇ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ 'ਤੇ ਹਮਲਾ ਕੀਤਾ? ਜਾਪਾਨ ਨੇ ਕੀਤਾ ਸੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਟੈਸਟ ਸੀਰੀਜ਼ ਪਸੰਦ ਆਈ ਹੋਵੇਗੀ। ਧੰਨਵਾਦ।